परम सन्मानयोग गुरु रूप गुरु प्यारी साध संगत जीओ वਡਭਾਗੀ हो सतगुरु जी के उद्यम सकता आप जी ਨੂੰ YouTube ਰਾਹੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਪ ਦੀ ਬਾਣੀ ਦੀ ਵਿਚਾਰ ਲੜੀਵਾਰ ਸਰਵਨ ਕਰ ਰਹੇ ਹੋ। ਆਓ ਵਿਚਾਰ ਸਰਵਨ ਕਰਨ ਤੋਂ ਪਹਿਲਾਂ ਸਤਿਗੁਰੂ ਦੀ ਬਖਸ਼ੀ ਹੋਈ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ज्ञान खंड में ज्ञान प्रचंड तिथे नाद विनोद कोड आनंद परदत मैं विच प्रचंड तेज प्रबल बलवान तिथे उस ज्ञान खंड विच नाद राग विनोद तमाशे कोड कोतक आनंद स्वाद। ज्ञान खंड विच भाव मनुख दी ज्ञान अवस्था विच ज्ञान दी बलवान ਗਿਆਨ ਹੀ ਬਲਵਾਨ ਹੁੰਦਾ ਹੈ। ਇਸ ਅਵਸਥਾ ਵਿੱਚ ਮਾਨੋ ਸਭ ਰਾਗਾਂ ਤਮਾਸ਼ਿਆਂ ਤੇ ਕੌਤਕਾਂ ਦਾ ਸਵਾਦ ਆ ਜਾਂਦਾ ਹੈ। ਸਰਮ ਖੰਡ ਕੀ ਬਾਣੀ ਰੂਪ ਕਿੱਥੇ ਘਾਟ ਤੇ ਘੜੀਏ ਬਹੁਤ ਅਨੂਪ। ਸਰਮ ਉਦਮ ਮਿਹਨਤ ਸਰਮ ਖੰਡ ਕੀ ਉਦਮ ਅਵਸਥਾ ਦੀ ਬਾਣੀ ਬਣਾਵਟ ਰੂਪ ਸੁੰਦਰਤਾ ਕਿੱਥੇ ਇਸ ਮਿਹਨਤ ਵਾਲੀ ਅਵਸਥਾ ਵਿੱਚ ਘਾੜਤ ਘੜੀਏ ਘਾੜਤ ਵਿੱਚ ਘੜਿਆ ਜਾਂਦਾ ਹੈ। ਬਹੁਤ ਅਨੂਪ ਮਨ ਬਹੁਤ ਸੋਹਣਾ ਅਰਥਾਤ ਉਦਮ ਅਵਸਥਾ ਦੀ ਬਣਾਵਟ ਸੁੰਦਰਤਾ ਹੈ। ਭਾਵ ਇਸ ਅਵਸਥਾ ਵਿੱਚ ਆ ਕੇ ਮਨ ਦਿਨੋਂ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਨਵੀਂ ਘਾੜਤ ਦੇ ਕਾਰਨ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ। ਤਾਂ ਕੀਆਂ ਉਸ ਅਵਸਥਾ ਦੀਆਂ ਕਥੀਆਂ ਨਾ ਜਾਏ ਕਥੀਆਂ ਨਹੀਂ ਜਾ ਸਕਦੀਆਂ। ਕੋਈ ਮਨੁੱਖ ਕਹੇ ਆਖੇ ਬਿਆਨ ਕਰੇ ਪਿੱਛੇ ਦੱਸਣ ਪਿੱਛੋਂ ਪਛਤਾਏ ਪਛਤਾਉਂਦਾ ਹੈ, ਕਿਉਂਕਿ ਉਹ ਗਿਆਨ ਕਰਨ ਤੋਂ ਅਸਮਰੱਥ ਰਹਿੰਦਾ ਹੈ। ਅਰਥ ਉਹ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਜੋ ਕੋਈ ਮਨੁੱਖ ਬਿਆਨ ਕਰਦਾ ਹੈ ਤਾਂ ਪਿੱਛੋਂ ਪਛਤਾਉਂਦਾ ਹੈ, ਕਿਉਂਕਿ ਉਹ ਬਿਆਨ ਕਰਨ ਦੇ ਅਸਮਰੱਥ ਰਹਿੰਦਾ ਹੈ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ ਪਦਰਥ। ਤਿੱਥੇ ਉਸ ਦੇਹ ਧਰਮ ਖੰਡ ਘੜੀ ਜਾਂਦੀ ਹੈ। ਮਨ ਬੁੱਧ ਮਨ ਵਿੱਚ ਜਾਗਰਤ ਸੁਰਾਂ ਕੀ ਸੁਧ ਦੇਵਤਿਆਂ ਦੀ ਸੂਝ ਸਿੱਧਾਂ ਕੀ ਸੁਧ ਸਿੱਧਾਂ ਵਾਲੀ ਅਕਲ। ਉਸ ਮਿਹਨਤ ਵਾਲੀ ਅਵਸਥਾ ਵਿੱਚ ਮਨੁੱਖ ਦੀ ਸੁਰਤ ਤੇ ਮੱਤ ਘੜੀ ਜਾਂਦੀ ਹੈ। ਭਾਵ ਸੁਰਤ ਤੇ ਮੱਤ ਉੱਚੀ ਹੋ ਜਾਂਦੀ ਹੈ ਅਤੇ ਮਨ ਵਿੱਚ ਜਾਗਰਤ ਪੈਦਾ ਹੋ ਜਾਂਦੀ ਹੈ। ਸਰਮ ਖੰਡ ਵਿੱਚ ਦੇਵਤਿਆਂ ਤੇ ਸਿੱਧਾਂ ਵਾਲੀ ਅਕਲ ਮਨੁੱਖ ਦੇ ਅੰਦਰ ਬਣ ਜਾਂਦੀ ਹੈ। ਗਿਆਨ ਅਵਸਥਾ ਦੀ ਬਰਕਤ ਨਾਲ ਜਿਉਂ-ਜਿਉਂ ਸਾਰਾ ਜਗਤ ਇਹ ਸਾਂਝਾ ਟੱਬਰ ਦਿਸਦਾ ਹੈ, ਜੀਵ ਖਲਕਤ ਦੀ ਸੇਵਾ ਦੀ ਮਿਹਨਤ ਸਰਮ ਸਿਰ ਤੇ ਚੁੱਕਦਾ ਹੈ। ਮਨ ਦੀ ਪਹਿਲੀ ਤੰਗ ਦਿਲੀ ਹਟ ਕੇ ਵਿਸ਼ਾਲਤਾ ਤੇ ਉਦਾਰਤਾ ਦੀ ਘਾੜਤ ਵਿੱਚ ਮਨ ਨਵੇਂ ਸਿਰੇ ਸੋਹਣਾ ਘੜਿਆ ਜਾਂਦਾ ਹੈ। ਮਨ ਵਿੱਚ ਇੱਕ ਨਵੀਂ ਜਾਗਰਤ ਆਉਂਦੀ ਹੈ। ਸੁਰਤ ਉੱਚੀ ਹੋਣ ਲੱਗ ਪੈਂਦੀ ਹੈ। ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਨਮੈ ਰਾਮ ਰਿਹਾ ਭਰਪੂਰ। ਪਦਾਰਥ ਕਰਮ ਬਖਸ਼ਿਸ਼ ਬਾਣੀ ਬਣਾਵਟ ਜੋਰ ਬਲ ਤਾਕਤ ਹੋਰ ਅਕਾਲ ਪੁਰਖ ਤੋਂ ਬਿਨਾਂ ਕੋਈ ਦੂਜਾ ਹੋਰ ਨਾ ਕੋਈ ਹੋਰ ਅਕਾਲ ਪੁਰਖ ਤੋਂ ਬਿਨਾਂ ਦੂਜਾ ਉੱਕਾ ਹੀ ਨਹੀਂ ਕੋਈ ਨਹੀਂ ਹੈ। ਜੋਧ ਜੋਧੇ ਮਹਾਬਲ ਵੱਡੇ ਬਲ ਵਾਲੇ ਸੂਰ ਸੂਰਮੇ
ਤਿੰਨ ਮੈਂ ਉਹਨਾਂ ਵਿੱਚ ਰਾਮ ਅਕਾਲ ਪੁਰਖ ਰਿਹਾ ਭਰਪੂਰ, ਨਕਾ ਨਕ ਭਰਿਆ ਹੋਇਆ ਹੈ, ਰੋਮ ਰੋਮ ਵਿੱਚ ਵਸ ਰਿਹਾ ਹੈ। ਅਰਥ ਬਖਸ਼ਿਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ। ਭਾਵ ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਜੋ ਵਿਸ਼ੇ ਵਿਕਾਰ ਉਸ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ, ਕਿਉਂਕਿ ਉਹ ਅਵਸਥਾ ਵਿੱਚ ਮਨੁੱਖ ਦੇ ਅੰਦਰ ਅਕਾਲ ਪੁਰਖ ਤੋਂ ਬਿਨਾਂ ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ। ਉਸ ਅਵਸਥਾ ਵਿੱਚ ਜੋ ਮਨੁੱਖ ਹਨ ਉਹ ਯੋਧੇ, ਮਹਾਬਲੀ ਤੇ ਸੂਰਮੇ ਹਨ। ਉਹਨਾਂ ਦੇ ਰੋਮ ਰੋਮ ਵਿੱਚ ਅਕਾਲ ਪੁਰਖ ਵਸ ਰਿਹਾ ਹੈ। ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਤਾਂ ਕੇ ਰੂਪ ਨ ਕਥਨੇ ਜਾਏ, ਨਾਉ ਮਰਨ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਏ। ਸੀਤੋ ਸੀਤਾ ਪੂਰਨ ਤੌਰ ਤੇ ਸੀਤਾ ਹੋਇਆ, ਪਰੋਤਾ ਹੋਇਆ। ਨੋਟ ਇੱਕੋ ਹੀ ਸ਼ਬਦ ਸੀਤਾ ਦੂਜੀ ਵਾਰੀ ਵਰਤਿਆ ਗਿਆ ਹੈ। ਇਸੇ ਤਰ੍ਹਾਂ ਇਸ ਖਿਆਲ ਤੇ ਖਾਸ ਵਧੀਕ ਜ਼ੋਰ ਦਿੱਤਾ ਹੈ। ਇਹੋ ਜਿਹੇ ਹੀ ਵਾਕੰਸ਼ ਹੋਰ ਵੀ ਹਨ, ਜਿਵੇਂ ਨਾਨਕ ਅੰਤ ਨ ਅੰਤ ਪੌੜੀ 35ਵੀਂ, ਕਿੱਥੇ ਹੋਰ ਨਾ ਕੋਈ ਹੋਰ ਪੌੜੀ 37ਵੀਂ, ਜੇ ਕੋ ਕਥੇ ਤਾਂ ਅੰਤ ਨ ਅੰਤ ਪੌੜੀ 37ਵੀਂ। ਮਹਿਮਾ ਅਕਾਲ ਪੁਰਖ ਦੀ ਸਿਫਤ ਸਲਾਹ ਵਡਿਆਈ ਮਾਹੇ ਵਿੱਚ, ਤਾਂ ਕਿ ਉਹਨਾਂ ਮਨੁੱਖਾਂ ਦੇ ਰੂਪ, ਸੁੰਦਰ ਰੂਪ ਨਾ ਕਥਨੇ ਜਾਏ, ਕਥੇ ਨਹੀਂ ਜਾ ਸਕਦੇ। ਉਹ ਬੰਦੇ ਨਾ ਮਰੇ, ਆਤਮਕ ਮੌਤ ਮਰਦੇ ਨਹੀਂ ਹਨ, ਨਾ ਠਾਗੇ ਜਾਹੇ, ਠੱਗੇ ਨਹੀਂ ਜਾਂਦੇ ਜਾ ਸਕਦੇ, ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ। ਉਸ ਬਖਸ਼ਿਸ਼ ਅਵਸਥਾ ਵਿੱਚ ਅਪੜੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿੱਚ ਪਰੋਤਾ ਰਹਿੰਦਾ ਹੈ। ਉਹਨਾਂ ਦੇ ਸਰੀਰ ਅਜਿਹੇ ਕੰਚਨ ਦੀ ਵੰਨੀ ਵਾਲੇ ਹੋ ਜਾਂਦੇ ਹਨ ਕਿ ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ। ਉਹਨਾਂ ਦੇ ਮੂੰਹ ਉੱਤੇ ਨੂਰ ਹੀ ਨੂਰ ਲਿਸ਼ਕਦਾ ਹੈ। ਇਸ ਅਵਸਥਾ ਵਿੱਚ ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਵਸਦਾ ਹੈ ਉਹ ਆਤਮਕ ਮੌਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ। ਤਿੱਥੇ ਭਗਤ ਵਸੇ ਕੇ ਲੋ, ਕਰੇ ਆਨੰਦ ਸੱਚਾ ਮਨ ਸੋ। ਪਦ ਅਰਥ ਵਸੇ ਵਸਦੇ ਹਨ, ਲੋ ਲੋਕ, ਭਵਨ ਕੇ ਲੋ ਕਈ ਭਵਨਾਂ ਦੇ। ਵੇਖੋ ਪੌੜੀ 34 ਵਿੱਚ ਕੇ ਰੰਗ, ਕਰੇ ਆਨੰਦ ਕਰਦੇ ਹਨ, ਸਦਾ ਖਿੜੇ ਰਹਿੰਦੇ ਹਨ। ਸੱਚਾ ਸੋਏ, ਉਹ ਸੱਚਾ ਹਰੀ ਮਨ ਉਹਨਾਂ ਦੇ ਮਨ ਵਿੱਚ ਹੈ। ਅਰਥ ਉਹ ਅਵਸਥਾ ਵਿੱਚ ਕਈ ਭਵਨਾਂ ਦੇ ਭਗਤ ਜਨ ਵਸਦੇ ਹਨ ਜੋ ਸਦਾ ਖਿੜੇ ਰਹਿੰਦੇ ਹਨ, ਕਿਉਂਕਿ ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿੱਚ ਮੌਜੂਦ ਹੈ। ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਸੱਚ ਵਿੱਚ, ਸੱਚਖੰਡ ਵਿੱਚ, ਕਰ ਕਰ ਸ੍ਰਿਸ਼ਟੀ ਰਚ ਕੇ, ਨਦਰ ਨਿਹਾਲ ਕਰਨ ਵਾਲੀ ਨਜ਼ਰ ਨਾਲ, ਵੇਖੇ ਵੇਖਦਾ ਹੈ, ਸੰਭਾਲ ਕਰਦਾ ਹੈ। ਅਰਥ ਸੱਚਖੰਡ ਵਿੱਚ ਭਾਵ ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿੱਚ ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵਸਦਾ ਹੈ ਜੋ ਸ੍ਰਿਸ਼ਟੀ ਨੂੰ ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ। ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂ ਅੰਤ ਨ ਅੰਤ। ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੇ ਤਿਵ ਕਾਰ। ਵੇਖੇ ਵਿਕਸੇ ਕਰ ਵਿਚਾਰ, ਨਾਨਕ ਕਥਨਾ ਕਰ ਸਾਰ। ਵਰਭੰਡ ਪਦ ਅਰਥ ਵਰਭੰਡ ਬ੍ਰਹਿਮੰਡ, ਕੋਈ ਮਨੁੱਖ ਕਥੇ ਦੱਸਣ ਲੱਗੇ, ਬਿਆਨ ਕਰੇ ਤਾਂ ਅੰਤ ਨਾ ਅੰਤ। ਇਹਨਾਂ ਖੰਡਾਂ ਮੰਡਲਾਂ ਤੇ ਬ੍ਰਹਿਮੰਡਾਂ ਦੇ ਅੰਤ ਨਹੀਂ ਪੈ ਸਕਦੇ। ਲੋ ਕਈ ਲੋਕ, ਕਈ ਭਵਨ, ਵਿਕਸੇ ਵਿਕਸਤਾ ਹੈ, ਖੁਸ਼ ਹੁੰਦਾ ਹੈ।
ਕਰ ਵਿਚਾਰ ਕਰਕੇ ਕਥਨ ਕਰਨਾ, ਬਿਆਨ ਕਰਨਾ। ਸਾਰ ਇਹ ਸ਼ਬਦ ਨੂੰ ਸਮਝਣ ਲਈ ਵੰਨਗੀ ਮਾਤਰ ਹੇਠ ਲਿਖੇ ਪ੍ਰਮਾਣ ਦਿੱਤੇ ਜਾਂਦੇ ਹਨ। ਪਹਿਰਾ ਅਗਨ ਨ ਹੋਵੇ ਹਿਵੇ ਘਰ, ਵਾਧਾ ਭੋਜਨ ਸਾਰ ਕਰਾਈ। ਪੌੜੀ 19ਵੀਂ ਮਾਝ ਦੀ ਵਾਰ। ਤੂੰ ਸਾਗਰੋ ਰਤਨਾਗਰੋ ਹੋਂ ਸਾਰ ਨਾ ਜਾਨਾ, ਤੇਰੀ ਰਾਮ। ਸੋਹੀ ਮਹੱਲਾ ਪੰਜਵਾਂ। ਲਾਹਾ ਭਗਤ ਸੋ ਸਾਰ ਗੁਰਮੁਖ ਪਾਈਏ। ਮਾਝ ਕੀ ਵਾਰ ਪੌੜੀ 15ਵੀਂ। ਧੰਨ ਵਡਭਾਗੀ ਨਾਨਕਾ, ਜਿਨ ਗੁਰਮੁਖ ਹਰ ਰਸ ਸਾਰ। ਬਾਲੜੇ ਕਾਨੜੇ ਕੀ ਵਾਰ। ਇਹਨਾਂ ਉੱਪਰ ਲਿਖੇ ਪ੍ਰਮਾਣਾਂ ਦਾ ਸਿੱਟਾ ਇਉਂ ਹੈ। ਸਾਰ ਨਾਮ ਹੈ, ਪੁਲਿੰਗ ਤੇ ਇਸਤਰੀ ਲਿੰਗ। ਸਾਰ ਪੁਲਿੰਗ ਦਾ ਅਰਥ ਹੈ ਲੋਹਾ ਜਾਂ ਤੱਤ। ਸਾਰ ਇਸਤਰੀ ਲਿੰਗ ਦਾ ਅਰਥ ਹੈ ਸੁਰਤ, ਖਬਰ। ਜਿੱਥੇ ਪ੍ਰਮਾਣ ਨੰਬਰ 1 ਤੇ 2 ਸਾਰ ਵਿਸ਼ੇਸ਼ਣ ਹੈ, ਜਿਵੇਂ ਪ੍ਰਮਾਣ ਨੰਬਰ 3 ਵਿੱਚ ਹੈ, ਇਸ ਦਾ ਅਰਥ ਹੈ ਸ੍ਰੇਸ਼ਟ। ਸਾਰ ਕਿਰਿਆ ਹੈ, ਜਿਸ ਦਾ ਅਰਥ ਹੈ ਖਬਰ ਲੈਣੀ। ਚੇਤੇ ਕਰਨਾ, ਜਿਵੇਂ ਪ੍ਰਮਾਣ 4। ਸਾਰ ਲੋਹਾ, ਕਲਰਾ ਸਾਰ। ਕਲਰਾ ਜਿਵੇਂ ਲੋਹਾ ਹੈ, ਅਰਥਾਤ ਉਸ ਅਵਸਥਾ ਵਿੱਚ ਭਾਵ ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿੱਚ ਮਨੁੱਖ ਨੂੰ ਬੇਅੰਤ ਖੰਡ ਮੰਡਲ ਤੇ ਬੇਅੰਤ ਬ੍ਰਹਿਮੰਡ ਦਿਸਦੇ ਹਨ। ਇਤਨੇ ਬੇਅੰਤ ਕਿ ਜੇ ਕੋਈ ਮਨੁੱਖ ਇਹਨਾਂ ਦਾ ਕਥਨ ਕਰਨ ਲੱਗੇ ਤਾਂ ਉਹਨਾਂ ਦੇ ਉੜਕ ਨਹੀਂ ਪੈ ਸਕਦੇ। ਉਹ ਅਵਸਥਾ ਵਿੱਚ ਬੇਅੰਤ ਭਵਨ ਤੇ ਆਕਾਰ ਦਿਸਦੇ ਹਨ, ਜਿਨ੍ਹਾਂ ਸਭਨਾਂ ਵਿੱਚ ਉਸੇ ਤਰ੍ਹਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ। ਭਾਵ ਇਸ ਅਵਸਥਾ ਵਿੱਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿਸਦੀ ਹੈ। ਉਸ ਨੂੰ ਪ੍ਰਤੱਖ ਦਿਸਦਾ ਹੈ ਕਿ ਅਕਾਲ ਪੁਰਖ ਦੀਦਾਰ ਕਰਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ। ਇਹ ਨਾਨਕ, ਇਹ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈ। ਭਾਵ ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ। ਪਰਮਾਤਮਾ ਨਾਲ ਇੱਕ ਰੂਪ ਹੋਣ ਚੁੱਕਣ ਵਾਲੀ ਆਤਮਿਕ ਅਵਸਥਾ ਵਿੱਚ ਆਪਣੇ ਜੀਵ ਉੱਤੇ ਪਰਮਾਤਮਾ ਦੀ ਬਖਸ਼ਿਸ਼ ਦਾ ਦਰਵਾਜ਼ਾ ਖੁੱਲ੍ਹਦਾ ਹੈ। ਉਸ ਨੂੰ ਸਭ ਆਪਣੇ ਦਿਸਦੇ ਹਨ। ਹਰ ਪਾਸੇ ਪ੍ਰਭੂ ਹੀ ਨਜ਼ਰੀ ਆਉਂਦਾ ਹੈ। ਅਜਿਹੇ ਮਨੁੱਖ ਦੀ ਸੁਰਤ ਸਦਾ ਪ੍ਰਭੂ ਦੀ ਸਿਫਤ ਸਲਾਹ ਜੁੜੀ ਰਹਿੰਦੀ ਹੈ। ਹੁਣ ਮਾਇਆ ਇਸ ਨੂੰ ਠੱਗ ਨਹੀਂ ਸਕਦੀ। ਆਤਮਾ ਬਲਵਾਨ ਹੋ ਜਾਂਦੀ ਹੈ, ਪ੍ਰਭੂ ਨਾਲੋਂ ਵਿੱਥ ਨਹੀਂ ਪੈ ਸਕਦੀ। ਹੁਣ ਉਸ ਨੂੰ ਪਵਿੱਤਰ ਪ੍ਰਤੱਖ ਜਾਪਦਾ ਹੈ ਕਿ ਬੇਅੰਤ ਕੁਦਰਤ ਰਚ ਕੇ ਪ੍ਰਭੂ ਸਭ ਨੂੰ ਆਪਣੀ ਰਜ਼ਾ ਵਿੱਚ ਤੋਰ ਰਿਹਾ ਹੈ ਤੇ ਸਭ ਉੱਤੇ ਮਿਹਰ ਦੀ ਨਜ਼ਰ ਕਰ ਰਿਹਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਿਓ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।